प्यारे विद्यार्थियों, आज का साडा विषय है साडे सामने पंजाब ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। सो ਅਸੀਂ ਪੜਾਂਗੇ पंजाब ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। ਸਾਡਾ YouTube ਚੈਨਲ ਹੈ ਹਿਸਟਰੀ ਫਰੈਂਡ। मैं रजिंदर कुमार, हिस्ट्री लेक्चरर पटियाला। प्यारे विद्यार्थी, सब तो पहला साडे सामने जो स्क्रीन के उत्ते है पंजाब ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। मैं ये ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ कि पंजाब ਭਾਰਤ ਦੀ ਜਾਂ ਵਿਸ਼ਵ ਦੀ ਉਹ ਧਰਤੀ ਹੈ ਜਿੱਥੇ ਬਹੁਤ ਪ੍ਰਾਚੀਨ ਮਨੁੱਖ ਦੀ ਜੋ ਹੈ ਉਹ ਹੋਂਦ ਸੀ। ਇੱਥੇ ਬਹੁਤ ਪ੍ਰਾਚੀਨ ਧਰਤੀ ਹੈ ਇਹ, ਜਿਵੇਂ ਅਸੀਂ ਸਾਡੇ ਸਾਹਮਣੇ ਲਿਖਿਆ ਹੋਇਆ ਉਹਨੂੰ ਇੱਕ ਵਾਰੀ ਅਸੀਂ ਰੀਡ ਵੀ ਕਰਾਂਗੇ। ਪੰਜਾਬ ਦੀ ਧਰਤੀ ਉੱਤੇ ਹੀ ਭਾਰਤ ਦੀ ਸਭ ਤੋਂ ਪ੍ਰਾਚੀਨ ਤੇ ਸਰਵੋਤਮ ਸੰਸਕ੍ਰਿਤੀ ਦਾ ਜਨਮ ਹੋਇਆ। 4500 ਤੋਂ 5000 ਈਸਵੀ ਪੂਰਵ ਸਾਲ ਪਹਿਲਾਂ ਪੰਜਾਬ ਅਤੇ ਉਸ ਦੇ ਆਲੇ ਦੁਆਲੇ ਦੇ ਪ੍ਰਦੇਸ਼ਾਂ ਵਿੱਚ ਸਿੰਧ ਘਾਟੀ ਦੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ ਦਾ ਜਨਮ ਹੋਇਆ। ਇੱਥੇ ਪਿਆਰੇ ਵਿਦਿਆਰਥੀਓ, ਤੁਹਾਨੂੰ ਇਹ ਦੱਸ ਦੇਵਾਂ ਮੈਂ, ਪਿੱਛੇ ਤੁਸੀਂ 11ਵੀਂ ਵਿੱਚ ਪੜ੍ਹਿਆ ਹੋਊਗਾ, 11ਵੀਂ ਕਲਾਸ ਦੇ ਵਿੱਚ, ਕਿ ਇੰਡਸ ਵੈਲੀ ਜੋ ਹੈ ਸਿੰਧ ਘਾਟੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ, ਉਸ ਦਾ ਜਨਮ ਹੈ ਜੋ ਲਗਭਗ ਅੱਜ ਤੋਂ 4500 ਔਰ 5000 ਸਾਲ ਪਹਿਲਾਂ ਹੋਇਆ ਹੈ। ਉਹ ਸੱਭਿਅਤਾ ਨੂੰ ਵੀ ਜੋ ਮਾਣ ਮਹਿਸੂਸ ਹੋਇਆ ਹੈ ਪੰਜਾਬ ਦੀ ਧਰਤੀ ਦੇ ਉੱਪਰ ਹੋ ਕੇ, ਕਿ ਅਸੀਂ ਦੇਖਿਆ ਕਿ ਸਿੰਧ ਦਰਿਆ ਦੇ ਆਲੇ ਦੁਆਲੇ ਪ੍ਰਦੇਸ਼ਾਂ ਦੇ ਵਿੱਚ ਜਨਮ ਹੋਇਆ ਉਹਦਾ। ਸੋ ਅਸੀਂ ਜੋ ਅੱਜ ਇਹ ਪੰਜਾਬ ਦੀ ਗੱਲ ਕਰ ਰਹੇ ਹਾਂ ਪਿਆਰੇ ਵਿਦਿਆਰਥੀਓ, ਇਹ ਪੰਜਾਬ ਮੌਜੂਦਾ ਪੰਜਾਬ ਨਹੀਂ ਹੈਗਾ। ਇਹ ਪੰਜਾਬ 1947 ਤੋਂ ਪਹਿਲਾਂ, ਵੰਡ ਤੋਂ ਪਹਿਲਾਂ, ਭਾਰਤ ਦੀ ਵੰਡ ਤੋਂ ਪਹਿਲਾਂ ਦਾ ਪੰਜਾਬ ਹੈ। ਅਸੀਂ ਵਿਸਥਾਰ ਦੇ ਨਾਲ ਉਸ ਪੰਜਾਬ ਨੂੰ ਦੇਖਾਂਗੇ, ਸਾਰੀ ਉਸ ਦੀ ਜੋ ਭੂਗੋਲਿਕ ਵਿਸ਼ੇਸ਼ਤਾ ਹੈ ਉਸ ਨੂੰ ਜਾਣਾਂਗੇ। ਸੋ ਇੱਕ ਵਾਰੀ ਅਸੀਂ ਜੋ ਗੱਲ ਕਰ ਰਹੇ ਹਾਂ ਪੰਜਾਬ ਦੀ ਜੋ ਧਰਤੀ ਦੀ, ਇੱਥੇ ਸਭ ਤੋਂ ਪਹਿਲਾਂ ਜੋ ਹੜੱਪਾ ਸੱਭਿਅਤਾ ਹੈ ਉਸ ਦਾ ਵੀ ਜਨਮ ਹੀ ਇੱਥੇ ਹੋਇਆ। ਰਿਗਵੇਦ ਦੇ ਜ਼ਿਆਦਾਤਰ ਮੰਤਰਾਂ ਦੀ ਰਚਨਾ ਵੀ ਪੰਜਾਬ ਦੀ ਧਰਤੀ ਉੱਪਰ ਹੀ ਹੋਈ। ਆਰਿਆਂ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਹੈ ਜੋ ਰਿਗਵੇਦ ਹੈ, ਜੋ ਉਹ ਰਿਗਵੇਦ ਦੀ ਜੋ ਰਚਨਾ ਹੈ ਬਹੁਤ ਸਾਰੇ ਮੰਤਰਾਂ ਦੀ, ਉਹ ਵੀ ਪੰਜਾਬ ਦੀ ਧਰਤੀ ਉੱਪਰ ਹੋਈ। ਰਾਮਾਇਣ ਅਤੇ ਮਹਾਭਾਰਤ ਦੇ ਪਾਤਰਾਂ ਦਾ ਸੰਬੰਧ ਵੀ ਪੰਜਾਬ ਨਾਲ ਹੀ ਸੀ। ਕੁਰੂਕਸ਼ੇਤਰ ਇੱਕ ਐਸਾ ਸ਼ਹਿਰ ਸੀ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ, ਤਾਂ ਉਹ ਯੁੱਧ ਦਾ ਸਥਾਨ ਵੀ ਜੋ ਹੈ ਮਹਾਭਾਰਤ, ਔਰ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਜਿੱਥੇ ਗੀਤਾ ਦਾ ਉਪਦੇਸ਼ ਦਿੱਤਾ ਉਹ ਵੀ ਕੁਰੂਕਸ਼ੇਤਰ ਜੋ ਹੈ। ਇਹ ਸਾਰੇ ਜੋ ਪ੍ਰਦੇਸ਼ ਨੇ ਇਹ ਪੰਜਾਬ ਦਾ ਹੀ ਭਾਗ ਸੀ। ਅਰਥ ਸ਼ਾਸਤਰ ਦਾ ਲੇਖ ਕੌਟਲਿਆ, ਅਰਥ ਸ਼ਾਸਤਰ ਦਾ ਲੇਖ ਕੌਟਲਿਆ ਜਾਂ ਚਾਣਕਿਆ, ਜਿਸ ਨੂੰ ਚਾਣਕਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਵੀ ਪੰਜਾਬ ਦੇ ਵਿੱਚ ਹੀ ਇੱਥੇ ਹੀ ਪੈਦਾ ਹੋਇਆ। ਚਿਕਿਤਸਕ ਚਰਕ ਔਰ ਵਿਆਕਰਨ ਦੇ ਮਹਾਨ ਪੰਡਿਤ ਪਾਣਿਨੀ ਨੂੰ ਵੀ ਉਤਪੰਨ ਕਰਨ ਦਾ ਮਾਣ ਹੈ ਜੋ ਉਹ ਪੰਜਾਬ ਨੂੰ ਹੀ ਪ੍ਰਾਪਤ ਹੋਇਆ। ਸੋ ਵਿਸ਼ਵ ਦਾ ਬਹੁਤ ਹੀ ਇਹ ਜੋ ਪ੍ਰਦੇਸ਼ ਹੈ ਪੰਜਾਬ, ਇਸ ਦੀ ਗੋਦ ਦੇ ਵਿੱਚ ਬਹੁਤ ਪ੍ਰਾਚੀਨ ਇਤਿਹਾਸ ਛੁਪਿਆ ਹੋਇਆ ਹੈ, ਔਰ ਬਹੁਤ ਮਹਾਨ ਸੱਭਿਅਤਾਵਾਂ, ਜੋ ਬਹੁਤ ਮਹਾਨ ਪਾਤਰਾਂ ਦਾ ਜੋ ਜਨਮ ਸਥਾਨ ਹੈ ਜਾਂ ਰਹਿਣ ਦਾ ਜੋ ਸਥਾਨ ਹੈ ਉਹ ਪੰਜਾਬ ਦੀ ਧਰਤੀ ਸੀ। ਅੱਗੇ ਇੱਥੇ ਹੀ ਚਿਸ਼ਤੀ, ਸੁਹਾਰਵਰਦੀ ਤੇ ਨਕਸ਼ਬੰਦੀ ਸੂਫੀ ਸਿਲਸਿਲਿਆਂ ਦੀ ਉਤਪਤੀ ਹੋਈ ਅਤੇ ਬਾਅਦ ਵਿੱਚ ਇਹ ਸਾਰੇ ਭਾਰਤ ਵਿੱਚ ਫੈਲ ਗਏ। ਔਰ ਇਸ ਤੋਂ ਅੱਗੇ ਸਿੱਖ ਧਰਮ ਦੀ ਸਥਾਪਨਾ ਵੀ ਪੰਜਾਬ ਦੀ ਧਰਤੀ ਉੱਤੇ ਹੀ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਜ਼ਿਆਦਾਤਰ ਪੰਜਾਬ ਉੱਤੇ ਹੀ ਵਿਚਰਿਆ। ਖਾਲਸਾ ਪੰਥ ਦੀ ਸਾਧਨਾ ਜਾਂ ਖਾਲਸਾ ਦੀ ਸਾਧਨਾ ਦਾ ਜੋ ਮਾਣ ਹੈ ਉਹ ਪੰਜਾਬ ਦੀ ਧਰਤੀ ਨੂੰ ਪ੍ਰਾਪਤ ਹੋਇਆ। ਸੋ ਇਸ ਤੋਂ ਅੱਗੇ ਅਸੀਂ ਦੇਖਾਂਗੇ ਚੰਦਰਗੁਪਤ ਮੌਰਿਆ ਅਤੇ ਹਰਸ਼ਵਰਧਨ ਭਾਰਤੀ ਰਾਜਾ ਨੇ ਵਿਜੇ ਯਾਤਰਾ ਪੰਜਾਬ ਤੋਂ ਹੀ ਸ਼ੁਰੂ ਕੀਤੀ। ਇਹ ਅਸੀਂ ਪੰਜਾਬ ਦੀ ਗਾਥਾ, ਪੰਜਾਬ ਦੇ ਬਾਰੇ ਅਸੀਂ ਦੇਖਿਆ ਹੈ ਕਿ ਕਿੰਨਾ ਪ੍ਰਾਚੀਨ ਪੰਜਾਬ ਦਾ ਇਤਿਹਾਸ ਹੈ। ਪਿਆਰੇ ਵਿਦਿਆਰਥੀਓ, ਪੰਜਾਬ ਦੀ ਧਰਤੀ ਕਿੰਨੀ ਪ੍ਰਾਚੀਨ ਹੈ, ਕਿੰਨੀ ਇਹ ਅਸੀਂ ਕਹਾਂ ਕਿੰਨੀਆਂ ਸੱਭਿਅਤਾਵਾਂ ਜੋ ਇਹਦੇ ਵਿੱਚ ਸਮਾਈਆਂ ਹੋਈਆਂ ਨੇ, ਔਰ ਕਿੱਡੇ ਕਿੱਡੇ ਵਿਸ਼ਵ ਦੇ ਜੋ ਵੱਡੇ ਵੱਡੇ ਪਾਤਰ ਨੇ, ਜਿਹੜੇ ਵਿਸ਼ਵ ਦੀਆਂ ਵੱਡੇ ਵੱਡੇ ਸੱਭਿਅਤਾਵਾਂ ਜੋ ਹੈਗੇ ਨੇ ਉਹ ਇਸ ਧਰਤੀ ਉੱਤੇ ਪੈਦਾ ਹੋਈਆਂ। ਸੋ ਪੰਜਾਬ ਦੀ ਧਰਤੀ ਬਹੁਤ ਹੀ ਮਹਾਨ ਪ੍ਰਾਚੀਨ ਧਰਤੀ ਹੈ। ਅਸੀਂ ਰਿਗਵੇਦ ਦੀ ਗੱਲ ਕਰਦੇ ਹਾਂ, ਆਰੀਆ ਨੇ ਰਿਗਵੇਦ ਰਚਿਆ, ਔਰ ਇਹ ਆਰੀਆ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਹੈ, ਉਹ ਵੀ ਪੰਜਾਬ ਦੇ ਉੱਤੇ ਹੀ ਹੋਇਆ। ਸੋ ਇਸ ਤੋਂ ਅੱਗੇ ਅਸੀਂ ਜਾਣਾਂਗੇ ਪੰਜਾਬ ਸ਼ਬਦ ਹੈ ਜੋ ਉਹ, ਪਿਆਰੇ ਵਿਦਿਆਰਥੀਓ ਧਿਆਨ ਨਾਲ ਦੇਖਾਂਗੇ ਅਸੀਂ। ਪੰਜਾਬ ਸ਼ਬਦ ਹੈ ਜੋ ਫਾਰਸੀ ਦੇ ਦੋ ਸ਼ਬਦਾਂ ਦਾ ਮੇਲ ਹੈ, ਪੰਜ ਪਲੱਸ ਆਬ। ਪੰਜ ਪਲੱਸ ਆਬ ਜਾਨੀ ਕਿ ਪੰਜਾਬ। ਪੰਜ ਹੈ ਜੋ ਉਹ ਗਿਣਤੀ ਦਾ ਸੂਚਕ ਹੈ, ਉਹ ਗਿਣਤੀ ਪੰਜ, 1 2 3 4 5, ਇਹ 5 ਪੰਜ ਹੈ ਜੋ ਉਹ ਗਿਣਤੀ ਦਾ ਸੂਚਕ ਹੈ। ਆਬ ਹੈ ਪਾਣੀ। ਸੋ ਪੰਜ ਦਰਿਆਵਾਂ ਦੀ ਧਰਤੀ ਹੈ ਜੋ ਉਹ ਪੰਜਾਬ ਹੈ।
ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ। ਇਸ 2 ਤੋਂ 5 ਔਰ ਆਬ ਦੇ ਮੇਲ ਤੋਂ ਪੰਜਾਬ ਬਣਿਆ। ਅਸੀਂ ਪੰਜਾਬ ਦੇ ਇਤਿਹਾਸ ਨੂੰ ਇੱਕ ਵਾਰੀ ਦੇਖਾਂਗੇ ਕਿਵੇਂ ਨਾਮ ਪਿਆ, ਕਿਵੇਂ ਇਸ ਦੇ ਇਤਿਹਾਸ ਦਾ। ਪਿਆਰੇ ਵਿਦਿਆਰਥੀਓ, 5 ਦਰਿਆਵਾਂ ਦੀ ਭੂਮੀ ਹੈ। ਕਿਹੜੇ ਕਿਹੜੇ ਦਰਿਆ ਨੇ ਉਹ? ਸਤਲੁਜ, ਵਿਆਸ, ਰਾਵੀ, ਚਨਾਬ ਔਰ ਜੇਹਲਮ। ਅਸੀਂ ਅੱਗੇ ਇਸ ਚੈਪਟਰ ਦੇ ਵਿੱਚ ਵਿਸਥਾਰ ਨਾਲ ਕਰਾਂਗੇ ਉਹਨਾਂ ਨੂੰ ਵੀ। ਰਿਗਵੇਦ, ਜੋ ਅਸੀਂ ਪਿੱਛੇ ਗੱਲ ਕਰ ਚੁੱਕੇ ਹਾਂ, ਰਿਗਵੇਦ ਆਰੀਆਂ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਹੈ। ਉਸ ਦੇ ਵਿੱਚ ਪੰਜਾਬ ਨੂੰ ਜੋ ਹੈ ਉਹ ਸਪਤ ਸਿੰਧੂ ਦੇ ਨਾਮ ਦੇ ਨਾਲ ਜਾਣਿਆ ਗਿਆ ਹੈ। ਸਪਤ ਸਿੰਧੂ ਦਾ ਭਾਵ ਹੈਗਾ 7 ਨਦੀਆਂ ਦੀ ਧਰਤੀ। 5 ਨਦੀਆਂ ਜੋ ਅਸੀਂ ਉੱਪਰ ਕਰੀਆਂ ਨੇ ਉਹ ਇਹੀ ਨਦੀਆਂ ਨੇ। 2 ਸਿੰਧ ਔਰ 1 ਸਰਸਵਤੀ ਨਦੀ ਹੈ, ਜੋ ਇਹ 2 ਮਿਲਾ ਕੇ, ਸਿੰਧ ਔਰ ਸਰਸਵਤੀ ਨਦੀ ਮਿਲਾ ਕੇ ਇਹ ਜੋ 7 ਨਦੀਆਂ ਦੀ ਧਰਤੀ ਬਣਦੀ ਹੈ। ਉਸ ਸਮੇਂ ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਦਾ ਨਾਮ ਜੋ ਹੈਗੇ ਨੇ ਉਹ ਵੱਖ-ਵੱਖ ਲਏ ਗਏ ਨੇ। ਜੋ ਜੇਹਲਮ ਨੂੰ ਵਿਸਤਾ, ਚਨਾਬ ਨੂੰ ਅਧਿਕਨੀ, ਰਾਵੀ ਨੂੰ ਪਸ਼ਚਨੀ ਔਰ ਵਿਆਸ ਨੂੰ ਵਿਆਸ, ਸਤਲੁਜ ਨੂੰ ਸਤੁਦਰੀ। ਸੋ ਇਹ ਨਾਮ ਅਸੀਂ ਇੱਥੇ ਪੜ੍ਹ ਵੀ ਲਵਾਂਗੇ। ਪਿਆਰੇ ਵਿਦਿਆਰਥੀ, ਉਸ ਤੋਂ ਬਾਅਦ ਜੋ ਹੈ ਸਾਡਾ ਇਹ ਮਹਾਕਾਵਾਂ ਤੇ ਪੁਰਾਣਾਂ ਦੇ ਵਿੱਚ, ਮਹਾਕਾਵ ਰਾਮਾਇਣ ਅਤੇ ਮਹਾਭਾਰਤ ਨੂੰ ਮਹਾਕਾਵ ਬੋਲਿਆ ਜਾਂਦਾ ਹੈ। ਮਹਾਕਾਵ ਦੇ ਵਿੱਚ ਔਰ ਪੁਰਾਣਾਂ ਦੇ ਵਿੱਚ ਪੰਚਨੰਦ ਜਾਣੀ ਕਿ 5 ਨਦੀਆਂ ਦੀ ਧਰਤੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਪੰਜਾਬ ਨੂੰ। ਯੂਨਾਨੀਆਂ, ਗ੍ਰੀਕਸ। ਹਾਂਜੀ ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਸ਼ਾਇਦ ਤੁਸੀਂ ਪਿਛਲੇ +1 ਦੇ ਵਿੱਚ ਵੀ ਇਹ ਵਿਸਥਾਰ ਨਾਲ ਪੜ੍ਹਿਆ ਹੋਊਗਾ ਜਾਂ ਸੁਣਿਆ ਹੋਊਗਾ, ਤੁਹਾਡੇ ਅਧਿਆਪਕ ਸਾਹਿਬਾਨ ਨੇ ਤੁਹਾਨੂੰ ਪੜ੍ਹਾਇਆ ਹੋਊਗਾ ਕਿ ਪਹਿਲਾ ਜੋ ਗ੍ਰੀਕ ਸੀ, ਯੂਨਾਨੀ ਸੀ, ਭਾਰਤ ਉੱਤੇ ਹਮਲਾ ਕਰਨ ਵਾਸਤੇ 326 ਈਸਵੀ ਪੂਰਵ ਦੇ ਵਿੱਚ ਆਇਆ ਸੀ। ਮਕਦੂਨੀਆ ਤੋਂ ਮਹਾਨ, ਸ਼ਾਬਾਸ਼ ਗੈਸ ਪਲੀਜ਼, ਮਹਾਨ ਸਿਕੰਦਰ। ਸੋ ਸਿਕੰਦਰ ਦੇ ਨਾਲ ਯੂਨਾਨੀਆਂ ਨੇ, ਸਿਕੰਦਰ ਜੋ ਸੀ ਉਹ ਯੂਨਾਨ ਦਾ ਸੀ, ਯੂਨਾਨ ਦਾ ਪ੍ਰਦੇਸ਼ ਮਕਦੂਨੀਆ ਦਾ ਸੀ। ਯੂਨਾਨੀਆਂ ਨੇ, ਜੋ ਗ੍ਰੀਕਸ ਲੋਕਾਂ ਨੇ ਵੀ ਪੰਜਾਬ ਨੂੰ ਪੈਂਟਾਪੋਟੇਮੀਆ ਕਿਹਾ ਹੈ, ਜਿਸ ਦਾ ਅਰਥ ਕੀ ਹੈ? 5 ਨਦੀਆਂ ਦਾ ਦੇਸ਼। ਟੱਕ ਕਬੀਲੇ ਦਾ ਰਾਜ ਰਿਹਾ ਹੈ ਇੱਥੇ, ਜਿਸ ਕਰਕੇ ਕਈ ਵਾਰ ਇਸ ਨੂੰ ਟੱਕ ਦੇਸ਼ ਵੀ ਕਿਹਾ ਜਾਂਦਾ ਸੀ। ਕਨਿਕਮ ਨੇ ਆਪਣੀ ਕਿਤਾਬ ਐਂਸ਼ੀਅੰਟ ਜਿਓਗ੍ਰਾਫੀ ਆਫ ਇੰਡੀਆ ਦੇ ਵਿੱਚ ਇਹ ਦੱਸਿਆ ਹੈ। ਉਸ ਤੋਂ ਬਾਅਦ ਮੱਧਕਾਲ ਦੇ ਵਿੱਚ ਇਸ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਤਿਹਾਸ ਨੂੰ 3 ਭਾਗਾਂ 'ਚ ਵੰਡਿਆ ਜਾਂਦਾ ਹੈ, ਐਂਸ਼ੀਅੰਟ ਯਾਨੀ ਕਿ ਪ੍ਰਾਚੀਨ ਭਾਰਤ, ਮੱਧਕਾਲ ਔਰ ਆਧੁਨਿਕ ਭਾਰਤ। ਸੋ ਇਹ 3 ਜੋ ਕਾਲ ਨੇ। ਮੱਧਕਾਲ ਦੇ ਵਿੱਚ, ਮੱਧਕਾਲ ਦਿੱਲੀ ਸਲਤਨਤ ਤੋਂ ਸ਼ੁਰੂ ਹੁੰਦਾ ਹੈ। ਮੁਸਲਿਮ ਕਾਲ ਜੋ ਜਦੋਂ ਰਾਜਾ ਨੇ ਇੱਥੇ ਰਾਜ ਕੀਤਾ, ਉਸ ਵੇਲੇ ਇਸ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ ਪੰਜਾਬ ਨੂੰ। ਫਿਰ ਅਕਬਰ ਦੇ ਸਮੇਂ, ਅਕਬਰ ਮੁਗਲ ਵੰਸ਼ ਦਾ ਸੀ, ਅਕਬਰ ਦੇ ਸਮੇਂ ਪੰਜਾਬ ਨੂੰ 2 ਪ੍ਰਾਂਤ, ਲਾਹੌਰ ਪ੍ਰਾਂਤ ਔਰ ਮੁਲਤਾਨ ਪ੍ਰਾਂਤ ਵੀ ਕਿਹਾ ਜਾਂਦਾ ਸੀ। 2 ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਉਸ ਸਮੇਂ, ਲਾਹੌਰ ਪ੍ਰਾਂਤ ਤੇ ਮੁਲਤਾਨ ਪ੍ਰਾਂਤ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਲਾਹੌਰ ਰਾਜ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ, ਲਾਹੌਰ ਰਾਜ। ਸਤਲੁਜ ਦਰਿਆ ਤੋਂ ਲੈ ਕੇ ਪਿਸ਼ਾਵਰ ਤੱਕ ਅਤੇ ਉੱਤਰ ਕਸ਼ਮੀਰ ਵੀ ਸ਼ਾਮਲ ਸੀ ਇਹਦੇ ਵਿੱਚ। ਫਿਰ ਅੱਗੇ ਪਿਆਰੇ ਵਿਦਿਆਰਥੀਓ, ਅਸੀਂ ਇਤਿਹਾਸ ਨੂੰ ਜਾਣ ਰਹੇ ਹਾਂ ਵਿਸਥਾਰ ਦੇ ਨਾਲ। ਬਹੁਤ ਪ੍ਰਾਚੀਨ ਅਸੀਂ ਇਤਿਹਾਸ ਚੱਕਿਆ ਹੈ। ਅਕਬਰ ਤੋਂ ਬਾਅਦ ਅਸੀਂ ਮਹਾਰਾਜਾ ਰਣਜੀਤ ਸਿੰਘ ਤੱਕ ਆਏ ਹਾਂ। ਹੁਣ ਅਸੀਂ ਗੱਲ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਪੰਜਾਬ ਅੰਡਰ ਆਇਆ ਬ੍ਰਿਟਿਸ਼ ਰਾਜ ਦੇ, ਯਾਨੀ ਕਿ ਅੰਗਰੇਜ਼ਾਂ ਦੇ ਅੰਡਰ ਆਇਆ। 29 ਮਾਰਚ 1849 ਨੂੰ ਪੰਜਾਬ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ਸੀ, ਹਿੱਸਾ ਬਣ ਗਿਆ ਸੀ ਬ੍ਰਿਟਿਸ਼ ਸਾਮਰਾਜ ਦਾ। ਉਸ ਸਮੇਂ ਪੰਜਾਬ ਰੱਖਿਆ ਗਿਆ ਇਸ ਦਾ ਨਾਮ, ਉਸ ਸਮੇਂ ਪੰਜਾਬ ਦੇ ਨਾਲ ਸੰਬੋਧਨ ਕੀਤਾ ਗਿਆ ਇਸ ਨੂੰ। ਔਰ ਇਹਦੇ ਵਿੱਚ ਸਤਲੁਜ ਤੋਂ ਪਾਰ ਦੇ ਜੋ ਇਲਾਕੇ ਸੀ, ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਬਹਾਵਲਪੁਰ, ਇਹ ਸਾਰੇ ਇਲਾਕੇ ਇਸ ਵਿੱਚ ਸ਼ਾਮਲ ਕਰ ਦਿੱਤੇ ਗਏ। ਇਸ ਨੂੰ ਪੰਜਾਬ ਨਾਲ ਸੰਬੋਧਨ ਕੀਤਾ ਗਿਆ। ਔਰ ਉਸ ਤੋਂ ਬਾਅਦ 1857, ਪਿਆਰੇ ਵਿਦਿਆਰਥੀਓ ਇਹ ਭੁੱਲਣਯੋਗ ਜੋ ਸਾਲ ਨਹੀਂ ਹੈਗਾ। 1857 ਨੂੰ ਅਸੀਂ ਸਾਰੇ ਜਾਣਦੇ ਹਾਂ ਕਿ 1857 ਉਹ ਸਾਲ ਹੈ ਜਦੋਂ ਭਾਰਤ ਵਿੱਚ ਆਜ਼ਾਦੀ ਦੇ ਲਈ ਸੁਤੰਤਰਤਾ ਸੰਗਰਾਮ ਪਹਿਲਾ ਚੱਲਿਆ ਸੀ, ਜਿਹਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਭਾਰਤ ਦੇ ਅਲੱਗ-ਅਲੱਗ ਜਗ੍ਹਾ ਦੇ ਉੱਤੋਂ ਵਿਦਰੋਹ ਹੋਏ ਸੀ। 1857 ਦੇ ਵਿੱਚ 1857 ਦੇ ਵਿਦਰੋਹ ਜੋ ਇਸ ਤੋਂ ਬਾਅਦ ਵੀ ਪੰਜਾਬ ਉੱਤੇ ਇੱਕ ਬੜਾ ਪ੍ਰਭਾਵ ਪਿਆ। ਇਸ ਤੋਂ ਬਾਅਦ ਦਿੱਲੀ ਤੇ ਹਿਸਾਰ ਨੂੰ ਵੀ ਪੰਜਾਬ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਹੁਣ ਪੰਜਾਬ ਦਾ ਜੋ ਘੇਰਾ ਹੈ ਉਹ ਵਿਸਥਾਰ ਹੈ, ਹੋਰ ਹੀ ਵੱਡਾ ਹੋ ਗਿਆ। ਹੁਣ ਪੰਜਾਬ ਦੇ ਵਿੱਚ ਦਿੱਲੀ ਤੇ ਹਿਸਾਰ ਸ਼ਾਮਲ ਹੋ ਗਏ। ਪਿਆਰੇ ਵਿਦਿਆਰਥੀਓ 1857 ਜੋ ਮੈਂ ਗੱਲ ਕੀਤੀ ਹੈ ਪਹਿਲਾਂ, ਤੁਹਾਨੂੰ ਤੁਹਾਡੇ ਗਿਆਨ 'ਚ ਵਾਧਾ ਕਰਨ ਦੇ ਲਈ ਇਹ ਗੱਲ ਦੱਸਦਾ ਮੈਂ ਕਿ ਈਸਟ ਇੰਡੀਆ ਕੰਪਨੀ 31 ਦਸੰਬਰ 1600 ਨੂੰ
ਆਈ ਸੀ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ। ਔਰ ਹੌਲੀ ਹੌਲੀ 1757 ਵਿੱਚ ਪਲਾਸੀ ਦੀ, 1764 ਵਿੱਚ ਬਕਸਰ ਦੀ ਲੜਾਈਆਂ ਲੜ ਕੇ ਔਰ 1849 ਵਿੱਚ ਪੰਜਾਬ ਤੇ ਕਬਜ਼ਾ ਕਰਿਆ, ਉਸ ਤੋਂ ਬਾਅਦ ਅਵਧ ਤੇ ਕਰਿਆ। 1857 ਤੱਕ ਜਾਇਜ਼ ਔਰ ਨਜਾਇਜ਼ ਤਰੀਕੇ ਦੇ ਨਾਲ ਲਗਭਗ ਪੂਰੇ ਭਾਰਤ ਉੱਤੇ ਕਬਜ਼ਾ ਹੋ ਗਿਆ ਸੀ ਈਸਟ ਇੰਡੀਆ ਕੰਪਨੀ ਦਾ। ਹੁਣ ਪਿਆਰੇ ਵਿਦਿਆਰਥੀਓ, ਇੱਥੇ ਇੱਕ ਨਵਾਂ, ਜਦੋਂ ਭਾਰਤੀਆਂ ਲੋਕਾਂ ਨੇ, ਜੋ ਕੁਝ ਰਾਜਿਆਂ ਨੇ ਵਿਦਰੋਹ ਕੀਤਾ, ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਸਦਾ ਲਈ ਬਾਏ ਬਾਏ ਕਰ ਗਈ ਇੰਡੀਆ ਨੂੰ। ਹੁਣ ਡਾਇਰੈਕਟ ਜੋ ਪੰਜਾਬ ਦੇ ਉੱਤੇ ਰਾਜ ਸੀ, ਜੋ ਪ੍ਰਸ਼ਾਸਨ ਸੀ, ਉਹ ਕੌਣ ਕਰ ਰਿਹਾ ਸੀ? 1857 ਦੇ ਵਿਦਰੋਹ ਤੋਂ ਬਾਅਦ ਪੰਜਾਬ ਦੇ ਉੱਤੇ ਰਾਜ ਹੈ ਜੋ ਉਹ ਇੰਗਲੈਂਡ ਦੀ ਸਰਕਾਰ ਨੇ ਸਿੱਧਾ ਭਾਰਤ ਨੂੰ ਆਪਣੇ ਹੱਥ ਵਿੱਚ ਲੈ ਲਿਆ। ਇਸ ਲਈ ਮਹੱਤਵਪੂਰਨ ਜੋ ਸਾਲ ਹੈ। ਫਿਰ 1901 ਦੇ ਵਿੱਚ ਸਿੰਧ ਪਾਰ ਦੇ ਇਲਾਕੇ ਵੱਖ ਕਰਕੇ ਉੱਤਰ ਪੱਛਮੀ ਸਰਹੱਦੀ ਸੂਬਾ ਉਹ ਅਲੱਗ ਬਣਾਤਾ ਲਾਰਡ ਕਰਜ਼ਨ ਦੁਆਰਾ। ਪੰਜਾਬ ਦੇ ਵਿੱਚੋਂ ਇਹ ਸੂਬਾ ਕੱਟ ਲਿਆ ਗਿਆ, ਸਿੰਧ ਪਾਰ ਦੇ ਪ੍ਰਦੇਸ਼। ਔਰ ਉਸ ਤੋਂ ਬਾਅਦ 1911 ਦੇ ਵਿੱਚ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਰਕੇ ਭਾਰਤ ਦੀ ਰਾਜਧਾਨੀ ਬਣਾ ਦਿੱਤਾ ਗਿਆ। ਪਿਆਰੇ ਵਿਦਿਆਰਥੀਓ, ਕਈ ਵਾਰੀ ਕੁਐਸਚਨ ਆਉਂਦਾ ਹੈ ਸ਼ਾਰਟ ਇਹ, ਕਿ 1911 ਵਿੱਚ ਜਾਂ ਫਿਰ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਦੋਂ ਕੀਤਾ ਗਿਆ? 1911 ਦੇ ਵਿੱਚ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਰਕੇ ਰਾਜਧਾਨੀ ਬਣਾ ਦਿੱਤਾ ਗਿਆ। ਫਿਰ 1947 ਦੇ ਵਿੱਚ ਬਟਵਾਰਾ ਹੋਇਆ ਪੰਜਾਬ ਦਾ, ਭਾਰਤ ਦਾ। ਪੂਰਬੀ ਪੰਜਾਬ, ਪੱਛਮੀ ਪੰਜਾਬ ਜਾਣਦੇ ਹਾਂ ਅਸੀਂ। ਔਰ ਫਿਰ ਉਸ ਤੋਂ ਬਾਅਦ 1966 ਦੇ ਵਿੱਚ ਫਿਰ ਦੁਬਾਰਾ ਤੋਂ ਹਰਿਆਣਾ ਜਾਂ ਹਿਮਾਚਲ ਅਸੀਂ ਸਾਰਾ ਜਾਣਦੇ ਹਾਂ। ਇਹ ਪੰਜਾਬ ਦਾ ਇਤਿਹਾਸ ਅਸੀਂ ਵਿਸਥਾਰ ਨਾਲ ਦੇਖਿਆ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਕਰਨ ਤੋਂ ਪਹਿਲਾਂ ਇੱਕ ਵਾਰੀ ਪੰਜਾਬ ਦੀ ਸਾਨੂੰ ਜੋ ਜਾਣਕਾਰੀ ਹੈ, ਉਸਦੇ ਨਾਮ ਦੀ, ਉਸਦੀ ਪ੍ਰਾਚੀਨ ਇਤਿਹਾਸ ਦੀ ਸਾਨੂੰ ਹੋਣੀ ਬਹੁਤ ਜ਼ਰੂਰੀ ਸੀ। ਇਸ ਲਈ ਅਸੀਂ ਅੱਗੇ ਜੋ ਪੜਾਂਗੇ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। ਪਿਆਰੇ ਵਿਦਿਆਰਥੀ, ਸਾਡੇ ਸਾਹਮਣੇ ਇੱਕ ਮੈਪ ਹੈ ਜਿਸ ਨੂੰ ਅਸੀਂ ਦੇਖ ਰਹੇ ਹਾਂ ਇਸ ਸਮੇਂ। ਇਹ ਪੂਰਾ ਭਾਰਤ ਹੈ ਸਾਡੇ ਸਾਹਮਣੇ। ਲਗਭਗ ਇਹ ਜੋ ਬਲੂ ਹੈ ਇਹ ਸਮੁੰਦਰ ਹੈ। ਇਹ ਸਾਰਾ ਅਸੀਂ ਵੇ ਆਫ ਬੰਗਾਲ, ਇੱਧਰੋਂ ਅਰਬ ਸਾਗਰ, ਇੱਧਰ ਇਹ ਜੋ ਪਿਆਰੇ ਵਿਦਿਆਰਥੀ ਹੈ, ਇਹ ਸਾਰਾ ਅਸੀਂ ਭਾਗ ਜੋ ਦੇਖ ਰਹੇ ਹਾਂ ਸਾਡੇ ਸਾਹਮਣੇ, ਇਹ ਹੈਗਾ ਹਿਮਾਲਿਆ ਪਰਬਤ। ਅਸੀਂ ਇਸ ਨੂੰ ਅੱਗੇ ਧਿਆਨ ਨਾਲ ਹੀ ਪੜਾਂਗੇ। ਔਰ ਇਹ ਜੋ ਰੈੱਡ ਕਲਰ ਦਾ ਦਿਖਾਇਆ ਗਿਆ ਹੈ ਇੱਥੇ ਵਿੱਚ, ਧਿਆਨ ਨਾਲ ਦਿਖਾਂਗੇ ਅਸੀਂ। ਇਹ ਜੋ ਰੈੱਡ ਕਲਰ ਦਾ ਸਾਡੇ ਸਾਹਮਣੇ ਦਿਖਾਇਆ ਗਿਆ ਹੈ, ਇਹ ਪੰਜਾਬ ਹੈ। ਪੰਜਾਬ ਕਦੋਂ ਦਾ ਹੈ? 1947 ਤੋਂ ਪਹਿਲਾਂ ਦਾ ਪੰਜਾਬ ਹੈ, ਜੋ ਜਿਸ ਸਮੇਂ ਪਾਕਿਸਤਾਨ ਔਰ ਭਾਰਤ ਦਾ ਬਟਵਾਰਾ ਨਹੀਂ ਹੋਇਆ ਸੀ। ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਤਿੰਨ ਤਰ੍ਹਾਂ ਦੀਆਂ ਨੇ। ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਤਿੰਨ ਭਾਗਾਂ 'ਚ ਵੰਡ ਸਕਦੇ ਹਾਂ ਅਸੀਂ। ਸਭ ਤੋਂ ਪਹਿਲਾਂ ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ। ਨੰਬਰ 2 ਤੇ ਉਪ ਪਰਬਤੀ ਖੰਡ ਯਾਨੀ ਕਿ ਤਰਾਈ ਪ੍ਰਦੇਸ਼। ਨੰਬਰ 3 ਤੇ ਮੈਦਾਨੀ ਭਾਗ, 5 ਦੁਆਬੇ, ਮਾਲਵਾ ਤੇ ਬਾਂਗਰ। ਪਿਆਰੇ ਵਿਦਿਆਰਥੀਓ, ਘਬਰਾਉਣ ਦੀ ਲੋੜ ਨਹੀਂ ਹੈਗੀ। ਅਸੀਂ ਬਹੁਤ ਵਿਸਥਾਰ ਨਾਲ ਇਹ ਤੁਹਾਨੂੰ ਸਮਝਾਉਣ ਵਾਲੇ ਹਾਂ, ਦੱਸਣ ਵਾਲੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ, ਪਹਿਲਾ ਪੁਆਇੰਟ ਸਾਡਾ ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ। ਸਾਡੇ ਸਾਹਮਣੇ ਜੋ ਇੰਡੀਆ ਦਾ ਮੈਪ ਹੈ, ਪੰਜਾਬ ਵੀ ਸ਼ੋਅ ਹੋਇਆ ਹੈਗਾ ਹੈ। ਤੇ ਅਸੀਂ ਦੇਖਾਂਗੇ ਇੱਥੇ ਸਭ ਤੋਂ ਪਹਿਲਾਂ ਕਿ ਇਹ ਜੋ ਪੀਲੇ ਰੰਗ ਦੇ ਵਿੱਚ ਦਿਖਾਇਆ ਗਿਆ ਹੈ, ਧਿਆਨ ਨਾਲ ਪਿਆਰੇ ਵਿਦਿਆਰਥੀਓ, ਪੀਲੇ ਰੰਗ ਦਿਖਾਇਆ ਗਿਆ ਹੈ, ਇਹ ਜੋ ਪੰਜਾਬ ਦੇ ਉੱਪਰ ਹਿਮਾਲਿਆ ਪਰਬਤ ਹੈ। ਆ ਵਾਈਟ ਜੋ ਦਿਖਾਇਆ ਗਿਆ ਹੈ, ਬਰਫ਼ ਦੀ ਚਾਦਰ ਹੈ। ਕਿਸ ਤਰੀਕੇ ਨਾਲ ਬਰਫ਼ ਪਈ ਹੋਈ ਹੈ, ਇੱਥੇ ਬਰਫ਼ ਪੈਂਦੀ ਹੈ। ਔਰ ਇਹ ਜੋ ਪਹਾੜ ਨੇ, ਇਹ ਹਿਮਾਲਿਆ ਪਰਬਤ ਦੇ ਪਹਾੜ ਨੇ, ਹਿਮਾਲਿਆ ਪਰਬਤ ਹੈ। ਔਰ ਇੱਧਰ ਵਾਲਾ ਜੋ ਪਾਰਟ ਹੈ ਇਹ ਸੁਲੇਮਾਨ ਪਰਬਤ ਹੈ, ਇਹ ਕਿਰਥਾਰ ਪਰਬਤ ਹੈ, ਕਿਰਥਾਰ ਦੀਆਂ ਪਹਾੜੀਆਂ ਨੇ। ਸੋ ਇਹ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਪੁਆਇੰਟ ਹੈ ਜੋ ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ। ਤੇ ਅਸੀਂ ਦੇਖਾਂਗੇ ਕਿ ਇਹ ਜੋ ਪੀਲੇ ਰੰਗ ਦਿਖਾਈਆਂ ਗਈਆਂ ਨੇ ਸਾਨੂੰ, ਇਹ ਪਹਾੜੀਆਂ ਦੀ ਗੱਲ ਕਰ ਰਹੇ ਹਾਂ ਅਸੀਂ। ਇਹਨਾਂ ਦੀ ਗੱਲ ਕਰ ਰਹੇ ਹਾਂ ਅਸੀਂ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਭੂਗੋਲਿਕ ਵਿਸ਼ੇਸ਼ਤਾ ਵਿੱਚ ਇਹਨਾਂ ਦਾ ਇੱਕ ਯੋਗਦਾਨ ਹੈ। ਅਸੀਂ ਦੇਖਾਂਗੇ ਜੋ ਹਿਮਾਲਿਆ ਪਰਬਤ ਹੈ, ਹਿਮਾਲਿਆ ਪਰਬਤ ਨੂੰ, ਇਸ ਪ੍ਰਦੇਸ਼ ਨੂੰ ਬਰਫ਼ ਦਾ ਘਰ ਵੀ ਕਿਹਾ ਜਾਂਦਾ ਹੈ। ਹਿਮਾਲਿਆ ਪਰਬਤ ਦੀ ਜਿਹੜੀ ਲੰਬਾਈ ਹੈ ਉਹ 1500 ਮੀਲ ਤੋਂ ਲੈ ਕੇ ਚੌੜਾਈ ਹੈ ਜੋ ਉਹ 200 ਮੀਲ ਤੱਕ ਹੈ। ऊंचाई 19,000 फुट तक है। और माउंट जो एवरेस्ट है, माउंट एवरेस्ट चोटी है जो दुनिया की सब तो उच्ची चोटी है, जो 29,140 फुट है, जो 8,848 मीटर भी असीं उसनूं बोलते हैं। यह भी इस पहाड़ों के विच ही है। सो असीं यह जाणिया है कि जो ये पंजाब की भूगोलिक विशेषता विचों भूगोलिक विशेषता की होंदी है प्यारे विद्यार्थियों? पंजाब दे विच की कुछ विशेष है, पंजाब के भूगोल के विच की कुछ विशेष है, असीं वो करन जा रहे हैं। वो विशेष विचों पहला पॉइंट साडा हैगा है हिमालय ते सुलेमान पर्वत श्रेणी, यानी कि पंजाब दे विच हिमालय पर्वत जिहड़ा हैगा सी वो एक पार्ट है हिमालय पर्वत।
ਉਸ ਦੀ ਅਸੀਂ ਕਰ ਚੁੱਕੇ ਹਾਂ ਕਿ ਬਹੁਤ ਇਹ ਇਸ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਹੈ ਕਿਸੇ ਵੀ ਹਮਲਾਵਰ ਦੇ ਲਈ। ਅੱਜ ਤੱਕ ਐਸਾ ਨਹੀਂ ਹੋਇਆ ਇਤਿਹਾਸ ਦੇ ਵਿੱਚ ਕਿ ਕੋਈ ਹਮਲਾਵਰ ਇਸ ਨੂੰ ਪਾਰ ਕਰਕੇ ਆ ਕੇ ਕਿਸੇ ਨੇ ਹਮਲਾ ਕੀਤਾ ਹੋਵੇ। ਸੋ ਇੱਕ ਤਰ੍ਹਾਂ ਦੀ ਇਹ ਕੁਦਰਤ ਵੱਲੋਂ ਰੱਖਿਆ ਵੀ ਹੈ, ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਅੱਗੇ ਅਸੀਂ ਦੇਖਾਂਗੇ ਜੋ ਇਹ ਪਹਾੜੀਆਂ ਨੇ ਇੱਧਰ ਵਾਲੀਆਂ, ਇਹ ਪਹਾੜੀਆਂ ਦੀ ਜੋ ਉਚਾਈ ਹੈ 6000 ਫੁੱਟ ਤੱਕ ਹੈ। ਇਹਦੇ ਵਿੱਚ ਪਿਆਰੇ ਵਿਦਿਆਰਥੀਓ ਕੁਝ ਦਰੇ ਨੇ, ਦਰੇ ਮੀਨਿੰਗ ਪਾਸਿਸ, ਪਾਸਿੰਗ ਮੈਨੂੰ ਰਸਤੇ, ਕੁਝ ਦਰੇ ਬਣਾਏ ਗਏ ਨੇ। ਦਰੇ ਤੁਹਾਡੇ ਸਾਹਮਣੇ ਅਸੀਂ ਦੇਖ ਰਹੇ ਹਾਂ, ਅਸੀਂ ਇਹ ਨਾਮ ਵੀ ਸਾਡੇ ਸਾਹਮਣੇ ਉੱਥੇ ਦੇਖੋ ਦਰੇ ਨੇ। ਖੈਬਰ ਦਰਾ ਹੈ ਜੋ ਕਾਬਲ ਨੂੰ ਪਿਸ਼ਾਵਰ ਨਾਲ ਜੋੜਦਾ ਹੈ। ਬਾਕੀ ਕੁਰਮ, ਟੋਚੀ, ਗੋਮਲ, ਬੋਲਾਨ ਇਹ ਸਾਰੇ ਦਰੇ ਇੱਥੇ ਇਹ ਹੈਗੇ ਨੇ। ਆਹ ਦਰੇ ਸਾਰੇ ਸਾਡੇ ਸਾਹਮਣੇ ਦੇਖੋ, ਅਸੀਂ ਦੇਖਾਂਗੇ ਇਹ ਪਹਾੜੀਆਂ ਜਿਹੜੇ ਹੈਗੇ ਨੇ ਬਹੁਤੇ ਉੱਚੀਆਂ ਨਹੀਂ ਹੈਗੀਆਂ। ਔਰ ਇਹਨਾਂ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਪਾਸੇ ਬਣੇ ਹੋਏ ਨੇ, ਰਸਤੇ ਬਣੇ ਹੋਏ ਨੇ ਲੰਘਣ ਦੇ ਲਈ। ਸੋ ਇਹ ਜੋ ਖੈਬਰ ਦਰਾ ਹੈ ਬਹੁਤ ਮਸ਼ਹੂਰ ਹੈ ਕਿਉਂਕਿ ਕਾਬਲ ਨੂੰ ਇਹ ਪਿਸ਼ਾਵਰ ਨਾਲ ਜੋੜਦਾ ਸੀ। ਸੋ ਜਿੰਨੇ ਵੀ ਹਮਲਾਵਰ, ਬਹੁਤ ਸਾਰੇ ਹਮਲਾਵਰ, ਜ਼ਿਆਦਾਤਰ ਹਮਲਾਵਰ ਕਹੀਏ ਅਸੀਂ, ਇਸ ਰਸਤੇ ਰਾਹੀਂ ਹੀ ਪੰਜਾਬ ਦੇ ਵਿੱਚ ਐਂਟਰ ਕੀਤੇ ਨੇ। ਔਰ ਜੋ ਅਸੀਂ ਦਰੇ ਦੇਖਾਂਗੇ ਇੱਕ ਵਾਰੀ, ਖੈਬਰ ਦਰਾ ਸਾਡੇ ਸਾਹਮਣੇ, ਕੁਰਮ, ਟੋਚੀ, ਗੋਮਲ ਔਰ ਬੋਲਾਨ। ਪਿਆਰੇ ਵਿਦਿਆਰਥੀਓ ਮੈਂ ਇਸ ਦਰੇ ਦੀ ਗੱਲ ਕਰਾਂ ਬੋਲਾਨ ਦੀ, ਇਹ ਬੋਲਾਨ ਦਰੇ ਨੂੰ ਪਾਰ ਕਰਕੇ ਇੱਥੇ ਸਿੱਧਾ ਜੋ ਐਂਟਰ ਹੁੰਦੇ ਸੀ ਤਾਂ ਅੱਗੇ ਰਾਜਸਥਾਨ ਦਾ ਮਾਰੂਥਲ ਹੈ। ਸੋ ਇਸ ਦਰੇ ਰਾਹੀਂ ਜੋ ਵੀ ਕੋਈ ਆਇਆ ਹੈ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸੋ ਜੋ ਖੈਬਰ ਦਰਾ ਹੈ, ਖੈਬਰ ਦਰੇ ਰਾਹੀਂ ਹੀ ਜ਼ਿਆਦਾਤਰ ਹਮਲਾਵਰ ਆਏ ਨੇ। ਕਾਬਲ ਤੋਂ ਪਿਸ਼ਾਵਰ ਨੂੰ ਜੋੜਨ ਵਾਲਾ ਦਰਾ ਹੈ, ਇਹ ਰਸਤਾ ਹੈ, ਇਹ ਇੱਥੋਂ ਦੀ ਐਂਟਰੀ ਕਰਕੇ ਪੰਜਾਬ ਦੇ ਵਿੱਚ ਆਉਂਦੇ ਰਹੇ ਨੇ। ਸੋ ਸਭ ਤੋਂ ਪਹਿਲਾਂ ਸਾਡੇ ਕੋਲੇ ਜੋ ਪੁਆਇੰਟ ਇੱਥੇ ਹੈਗਾ, ਅਸੀਂ ਕਰ ਰਹੇ ਹਾਂ ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ। ਪੰਜਾਬ ਦੀ ਭੂਗੋਲਿਕ ਵਿਸ਼ੇਸ਼ਤਾ ਦੇ ਵਿੱਚ ਇਹ ਬਹੁਤ ਵੱਡਾ ਭਾਗ ਹੈ, ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ, ਜਿਸ ਦੀ ਅਸੀਂ ਗੱਲ ਵਿਸਥਾਰ ਨਾਲ ਕਰ ਚੁੱਕੇ ਹਾਂ। ਹਿਮਾਲਿਆ ਪਰਬਤ ਬਾਰੇ ਜਾਣ ਚੁੱਕੇ ਹਾਂ ਔਰ ਸੁਲੇਮਾਨ ਪਰਬਤ ਵਿੱਚ ਜੋ ਦਰੇ ਨੇ ਅਸੀਂ ਉਹਦੀ ਗੱਲ ਕਰ ਚੁੱਕੇ ਹਾਂ। ਸਾਡੇ ਸਾਹਮਣੇ ਦਰੇ ਖੈਬਰ, ਕੁਰਮ, ਟੋਚੀ, ਗੋਮਲ ਔਰ ਬੋਲਾਨ ਦਰੇ ਨੇ। ਅੱਗੇ ਅਸੀਂ ਦੇਖਾਂਗੇ ਪਿਆਰੇ ਵਿਦਿਆਰਥੀਓ ਸੈਕੰਡ ਸਾਡਾ ਜੋ ਭਾਗ ਹੈ ਉਪ ਪਰਬਤੀ ਖੰਡ। ਉਪ ਪਰਬਤੀ ਖੰਡ ਕੀ ਹੁੰਦਾ ਹੈ? ਜਿਵੇਂ ਤੁਹਾਨੂੰ ਮੈਂ ਦੱਸਾਂ ਪਿਆਰੇ ਵਿਦਿਆਰਥੀਓ, ਪਹਾੜ ਤੋਂ ਅਗਰ ਪਹਾੜੀ ਹੈ ਬਹੁਤ, ਮੈਂ ਜੀ ਹਿਮਾਲਿਆ ਪਰਬਤ ਦੀ ਗੱਲ ਕੀਤੀ ਹੈ, ਇਹ ਇੱਥੇ ਦਿਖਾਇਆ ਗਿਆ ਹੈ। ਇਹ ਜੋ ਔਰੇਂਜ ਦੇ ਵਿੱਚ ਸਾਡੇ ਸਾਹਮਣੇ ਹੈ ਇਹ ਸਾਰਾ ਉਪ ਪਰਬਤੀ ਖੰਡ ਹੈ। ਮੈਂ ਤੁਹਾਨੂੰ ਪਿਆਰੇ ਵਿਦਿਆਰਥੀ ਦੱਸਾਂ ਕਿ ਜਦੋਂ ਕਦੇ ਵੀ ਅਸੀਂ ਵੱਡੇ ਵੱਡੇ ਜੋ ਪਹਾੜ ਨੇ, ਹਿਮਾਲਿਆ ਪਰਬਤ ਹੈ, ਹਿਮਾਲਿਆ ਪਰਬਤ ਤੋਂ ਮੈਦਾਨ ਭਾਗ ਆਉਂਦਾ ਹੈ, ਮੈਦਾਨ ਯਾਨੀ ਕਿ ਸਮਤਲ ਭਾਗ, ਸਮਤਲ ਭਾਗ ਜਿੱਥੇ ਖੇਤੀ ਹੁੰਦੀ ਹੈ, ਸਮਤਲ ਭਾਗ ਔਰ ਪਹਾੜਾਂ ਦੇ ਵਿਚਾਲੇ ਐਵੇਂ ਤਾਂ ਨਹੀਂ ਹੈਗਾ ਕਿ ਇੱਕੋ ਦਮ ਪਹਾੜ ਖਤਮ ਹੋਇਆ ਔਰ ਇੱਕੋ ਦਮ ਦੇ ਉੱਤੇ ਮੈਦਾਨ ਆ ਗਿਆ। ਐਸਾ ਐਵੇਂ ਮੈਦਾਨ ਨਹੀਂ ਆਉਂਦਾ ਹੁੰਦਾ। ਪਹਾੜ ਖਤਮ ਹੁੰਦੇ ਹੁੰਦੇ ਵੱਡੇ ਪਹਾੜਾਂ ਤੋਂ ਛੋਟੇ ਪਹਾੜ ਆਉਂਦੇ ਨੇ। ਇਹ ਛੋਟੇ ਪਹਾੜ ਕਈ ਵਾਰੀ ਮਿੱਟੀ ਦੇ ਵੀ ਹੁੰਦੇ ਨੇ, ਇਹਨਾਂ ਦੀ ਉਚਾਈ ਘੱਟ ਹੁੰਦੀ ਹੈ, ਫਿਰ ਹੌਲੀ ਹੌਲੀ ਕਰਕੇ ਇਹ ਛੋਟੇ ਪਹਾੜ ਵੀ ਖਤਮ ਹੁੰਦੇ ਨੇ ਔਰ ਫਿਰ ਜਾ ਕੇ ਮੈਦਾਨ ਭਾਗ ਆਉਂਦਾ ਹੈ। ਸੋ ਜੋ ਅਸੀਂ ਉਪ ਪਰਬਤੀ ਖੰਡ ਦੀ ਗੱਲ ਕਰ ਰਹੇ ਹਾਂ, ਮੈਦਾਨੀ ਭਾਗ ਦੇ ਵਿੱਚ, ਇਹ ਮੈਦਾਨੀ ਭਾਗ ਹੈ, ਅਸੀਂ ਇਸ ਜਾਣਾਂਗੇ ਵਿਸਥਾਰ ਨਾਲ ਅੱਗੇ। ਮੈਦਾਨੀ ਭਾਗ ਦੇ ਵਿੱਚ ਔਰ ਪਹਾੜਾਂ ਦੇ ਵਿੱਚ ਜੋ ਵਿਚਾਲੇ ਅਸੀਂ ਕਹੀਏ ਉਪ ਪਹਾੜੀ ਖੇਤਰ ਹੁੰਦਾ ਹੈ। ਉਪ ਪਹਾੜੀ ਖੇਤਰ ਯਾਨੀ ਕਿ ਪਹਾੜ ਤਾਂ ਹੁੰਦੇ ਨੇ, ਉਪ ਮੇ ਛੋਟੇ ਪਹਾੜੀ ਖੇਤਰ ਹੁੰਦੇ ਨੇ, ਕਿਉਂਕਿ ਵੱਡੇ ਪਹਾੜਾਂ ਤੋਂ ਸਿੱਧਾ ਮੈਦਾਨ ਕਦੇ ਨਹੀਂ ਆਉਂਦਾ ਹੁੰਦਾ। ਇਹ ਪਹਾੜ ਛੋਟੇ ਹੁੰਦੇ ਨੇ। ਅਸੀਂ ਦੀ ਵਿਸ਼ੇਸ਼ਤਾ ਜਾਣਾਂਗੇ ਕੀ ਹੈ। ਇਹਨਾਂ ਪਹਾੜਾਂ ਦੀ ਜੋ ਉਚਾਈ ਹੈ 1000 ਫੁੱਟ ਤੋਂ ਲੈ ਕੇ 3000 ਫੁੱਟ ਤੱਕ ਹੈ। ਸਾਡੇ ਸਾਹਮਣੇ ਜੋ ਇਹ ਇੱਥੇ ਇਹ ਸਾਰਾ ਇਹ ਪ੍ਰਦੇਸ਼ ਹੈ ਔਰ ਇਸ ਤੋਂ ਬਾਅਦ ਇਸ ਦੇ ਵਿੱਚ ਪਥਰੀਲੀ ਧਰਤੀ ਹੁੰਦੀ ਹੈ, ਕਿਉਂਕਿ ਜਿਵੇਂ ਜਾਣਦੇ ਅਸੀਂ ਪਹਾੜਾਂ ਤੋਂ ਬਾਅਦ ਇਹ ਪਥਰੀਲੀ ਧਰਤੀ ਹੁੰਦੀ ਹੈ। ਇੱਥੇ ਬਰਖਾ ਕਾਫੀ ਹੁੰਦੀ ਹੈ, ਬਨਸਪਤੀ ਕਾਫੀ ਹੁੰਦੀ ਹੈ, ਹਰਿਆ ਭਰਿਆ ਹੁੰਦਾ ਹੈ ਇਹ। ਔਰ ਅਸੀਂ ਦੇਖੀਏ ਅੰਬਾਲਾ ਤੇ ਗੁਰਦਾਸਪੁਰ ਦੇ ਉੱਤਰੀ ਇਲਾਕੇ ਜਿਹੜੇ ਹੈਗੇ ਨੇ ਉਹ ਇਹ ਪ੍ਰਦੇਸ਼ਾਂ ਵਿੱਚ ਆਉਂਦੇ ਨੇ, ਉਪ ਪਰਬਤੀ ਖੰਡ ਵਿੱਚ ਆਉਂਦੇ ਨੇ। ਔਰ ਉਸ ਤੋਂ ਬਾਅਦ ਅਸੀਂ ਜਾਣਦੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਜੋ ਇੱਥੇ ਕਿਤੇ ਆਉਂਦਾ ਹੈ। ਇਹ ਜ਼ਿਲ੍ਹਾ ਹੁਸ਼ਿਆਰਪੁਰ, ਕਾਂਗੜਾ, ਸਿਆਲਕੋਟ ਜੋ ਕਿ ਪਾਕਿਸਤਾਨ ਵਿੱਚ ਹੈ, ਇਹ ਜੋ ਪ੍ਰਦੇਸ਼ ਨੇ ਉਹ ਉਪ ਪਰਬਤੀ ਖੰਡ ਦੇ ਵਿੱਚ ਆਉਂਦੇ ਨੇ। ਸੋ ਇਹ ਮੈਂ ਤੁਹਾਨੂੰ ਫਿਰ ਦੁਬਾਰਾ ਦੱਸਦਾ, ਉਪ ਪਰਬਤੀ ਖੰਡ ਹੁੰਦਾ ਹੈ ਉਪ ਪਹਾੜੀ ਖੇਤਰ। ਪਹਾੜ ਤੋਂ ਬਾਅਦ ਉਪ ਪਹਾੜ ਯਾਨੀ ਕਿ ਛੋਟੇ ਪਹਾੜ, ਪਹਾੜਾਂ ਨੂੰ ਔਰ ਮੈਦਾਨ ਨੂੰ ਮਿਲਾਉਣ ਵਾਲਾ ਏਰੀਆ ਹੈ ਜੋ ਆਪਸ ਵਿੱਚ, ਉਹ ਉਪ ਪਰਬਤੀ ਖੰਡ ਹੁੰਦਾ ਹੈ। ਕਦੇ ਵੀ ਵੱਡੇ ਵੱਡੇ ਪਹਾੜਾਂ ਤੋਂ ਬਾਅਦ ਡਾਇਰੈਕਟ ਮੈਦਾਨ ਨਹੀਂ ਆਉਂਦਾ ਹੈਗਾ, ਸਮਤਲ ਏਰੀਆ ਨਹੀਂ ਆਉਂਦਾ ਹੈਗਾ, ਖੇਤੀਯੋਗ ਏਰੀਆ ਨਹੀਂ ਆਉਂਦਾ ਹੈ। ਉਸ ਦੇ ਵਿੱਚ
ਉਪ ਪਹਾੜੀ ਖੇਤਰ ਆਉਂਦਾ ਹੈ, ਜਿੱਥੇ ਪਹਾੜ ਵੀ ਹੁੰਦੇ ਨੇ, ਮਿੱਟੀ ਦੇ ਵੀ ਪਹਾੜ ਹੁੰਦੇ ਨੇ, ਦਰਖਤ ਵੀ ਹੁੰਦੇ ਨੇ, ਛੋਟੇ ਪਹਾੜ ਹੁੰਦੇ ਨੇ, ਫਿਰ ਹੌਲੀ ਹੌਲੀ ਕਰਕੇ ਹੋਰ ਛੋਟੇ ਕਰਕੇ ਫਿਰ ਸਮਤਲ ਭਾਗ ਹੈ, ਜੋ ਮੈਦਾਨੀ ਭਾਗ ਹੈ, ਉਹ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਅਸੀਂ ਦੂਸਰਾ ਜੋ ਰੂਪ ਦੇਖਿਆ ਹੈ ਉਪ ਪਰਬਤੀ ਖੰਡ। ਤੀਸਰਾ ਪਿਆਰੇ ਵਿਦਿਆਰਥੀਓ ਮੈਦਾਨੀ ਭਾਗ। ਮੈਦਾਨੀ ਭਾਗ ਦੀ ਅਗਰ ਅਸੀਂ ਗੱਲ ਕਰਦੇ ਹਾਂ, ਪੰਜਾਬ ਦਾ ਜੋ ਇਹ ਮੈਦਾਨੀ ਭਾਗ ਹੈ ਸਾਡੇ ਸਾਹਮਣੇ ਇਸ ਸਮੇਂ ਨਦੀਆਂ ਸਿੰਧ ਦਰਿਆ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਹੈ, ਜੋ ਇਹ ਨੀਚੇ ਤੇ ਘੱਗਰ ਹੈ, ਜਮਨਾ ਹੈ ਇੱਥੇ। ਸੋ ਅਸੀਂ ਇਹ ਗੱਲ ਤੁਹਾਨੂੰ ਦੱਸਣਾ ਪਿਆਰੇ ਵਿਦਿਆਰਥੀਓ, ਮੈਦਾਨੀ ਭਾਗ ਹੈ ਜੋ ਅਗਰ ਪੂਰੇ ਵਿਸ਼ਵ ਦੇ ਵਿੱਚੋਂ ਅਸੀਂ ਦੇਖਦੇ ਹਾਂ ਸਭ ਤੋਂ ਵੱਧ ਉਪਜਾਊ ਖੇਤਰਾਂ ਦੇ ਵਿੱਚ ਇਸ ਦੀ ਗਿਣਤੀ ਹੁੰਦੀ ਹੈ। ਪ੍ਰਕਿਰਤੀ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਉਪਜਾਊ ਬਣਾਇਆ ਗਿਆ ਹੈ। ਉਹ ਉਪਜਾਊ ਹੋਣ ਦੇ ਪਿੱਛੇ ਇਹਨਾਂ ਨਦੀਆਂ ਦੇ ਪਿੱਛੇ ਹਿਮਾਲਿਆ ਪਰਬਤ ਦਾ ਜੋ ਯੋਗਦਾਨ ਹੈ, ਉੱਥੋਂ ਇਹ ਆਪਣੇ ਨਾਲ ਬਹੁਤ ਹੀ ਉਪਜਾਊ ਮਿੱਟੀ ਨਾਲ ਲੈ ਕੇ ਆਉਂਦੀਆਂ ਨੇ ਔਰ ਪਾਣੀ ਦੇ ਨਾਲ ਇੱਥੇ ਬਹੁਤ ਵਧੀਆ ਫਸਲ ਹੁੰਦੀ ਹੈ। ਸੋ ਅਸੀਂ ਦੇਖ ਰਹੇ ਹਾਂ ਮੈਦਾਨੀ ਭਾਗ। ਇੱਥੇ ਤਿੰਨ ਸ਼ਬਦ ਨੇ, ਪੰਜ ਦੁਆਬੇ, ਮਾਲਵਾ ਅਤੇ ਬਾਂਗਰ। ਜਿਹੜੇ ਪੰਜ ਦੁਆਬੇ ਨੇ, ਇਹ ਮੈਦਾਨੀ ਭਾਗ ਤਿੰਨ ਭਾਗਾਂ 'ਚ ਵੰਡਿਆ ਹੋਇਆ ਹੈ ਸਾਡਾ ਇੱਥੇ ਵਾਲਾ, ਪੰਜ ਦੁਆਬਿਆਂ ਵਿੱਚ, ਮਾਲਵਾ ਅਤੇ ਬਾਂਗਰ ਦੇ ਵਿੱਚ। ਇੱਥੇ ਲਿਖਿਆ ਹੋਇਆ ਦੇਖੋ ਪਿਆਰੇ ਵਿਦਿਆਰਥੀਓ, ਅਕਬਰ ਦੇ ਸਮੇਂ ਪੰਜਾਬ ਨੂੰ ਪੰਜ ਦੁਆਬਿਆਂ ਵਿੱਚ ਵੰਡਿਆ ਗਿਆ। ਸੋ ਪੰਜ ਦੁਆਬਿਆਂ ਦੇ ਵਿੱਚ ਪੰਜਾਬ ਨੂੰ ਵੰਡਿਆ ਹੋਇਆ ਹੈ। ਇਹ ਪੰਜ ਦੁਆਬਿਆਂ ਦਾ ਜੋ ਪ੍ਰਸ਼ਨ ਹੈ, ਕੁਐਸਚਨ ਹੈ, ਇਹ ਬਹੁਤ ਜ਼ਿਆਦਾ ਆਉਂਦਾ ਹੈ। ਕਈ ਵਾਰੀ ਕਿਸੇ ਤਿੰਨ ਦੁਆਬਿਆਂ ਉੱਤੇ ਨੋਟ ਲਿਖੋ, ਜਾਂ ਫਿਰ ਦੁਆਬੇ ਦਾ ਨਾਮ ਪੁੱਛ ਕੇ ਇਹ ਕਿਹੜੀ ਨਦੀ ਦੇ ਵਿਚਕਾਰ ਪੈਂਦਾ ਹੈ। ਸੋ ਇਹਨਾਂ ਦੇ ਨਾਮ ਵੀ ਬਹੁਤ ਇੰਟਰਸਟਿੰਗ ਨੇ, ਸੌਖੇ ਰੱਖਣ ਯੋਗ ਨੇ। ਅਸੀਂ ਸਭ ਤੋਂ ਪਹਿਲਾਂ ਦੁਆਬਿਆਂ ਦੀ ਗੱਲ ਕਰਦੇ ਹਾਂ। ਸਾਡੇ ਸਾਹਮਣੇ ਪਿਆਰੇ ਵਿਦਿਆਰਥੀਓ ਬਿਆਸ ਔਰ ਸਤਲੁਜ। ਦੇਖੋ ਇਹ ਬਿਆਸ ਹੈ, ਆਹ ਨਦੀ ਬਿਆਸ ਹੈ, ਇਹ ਸਤਲੁਜ ਹੈ। ਬਿਆਸ ਔਰ ਸਤਲੁਜ ਦੇ ਵਿਚਕਾਰ ਜੋ ਏਰੀਆ ਪੈਂਦਾ ਹੈ ਉਹਨੂੰ ਬੋਲਦੇ ਨੇ ਬਿਸਤ ਦੁਆਬਾ। ਬੱਬਾ ਦੀ ਸਿਹਾਰੀ ਬਿਆਸ ਤੋਂ ਲਿਆ, ਸੱਸਾ ਤੱਤਾ ਸਤਲੁਜ ਤੋਂ ਲਿਆ। ਦੋਵਾਂ ਦੇ ਪਹਿਲੇ ਅੱਖਰਾਂ ਦੇ ਮੇਲ ਦੇ ਨਾਲ ਬਿਸਤ ਦੁਆਬਾ ਬਣ ਗਿਆ, ਜਿਸ ਨੂੰ ਯਾਦ ਰੱਖਣਾ ਬੱਚਿਆਂ ਦੇ ਲਈ ਬਹੁਤ ਹੀ ਸੌਖਾ ਹੈ। ਇਸ ਦੇ ਵਿੱਚ ਕਿਹੜੇ ਮਹੱਤਵਪੂਰਨ ਸ਼ਹਿਰ ਆਉਂਦੇ ਨੇ? ਪ੍ਰਮੁੱਖ ਸ਼ਹਿਰ ਜਲੰਧਰ ਤੇ ਹੁਸ਼ਿਆਰਪੁਰ। ਪਿਆਰੇ ਵਿਦਿਆਰਥੀਓ ਪਹਿਲੇ ਦੁਆਬਾ ਅਸੀਂ ਗੱਲ ਕੀਤੀ ਹੈ ਬਿਸਤ ਦੁਆਬਾ, ਬਿਆਸ ਔਰ ਸਤਲੁਜ, ਯਾਨੀ ਕਿ ਬੱਬਾ ਜੋ ਬਿਆਸ ਦਾ ਪਹਿਲਾ ਅਕਸ਼ਰ, ਸਤਲੁਜ ਦਾ ਆ ਦੋ ਅਕਸ਼ਰ, ਬਿਸਤ ਬਣ ਗਿਆ ਦੋਵਾਂ ਦਾ। ਅਸੀਂ ਅਗਲੇ ਦੁਆਬੇ ਗੱਲ ਕਰਾਂਗੇ ਬਾਰੀ ਦੁਆਬ। ਬਾਰੀ ਦੁਆਬ ਤੋਂ ਭਾਵ ਕਿਵੇਂ ਆ? ਬਿਆਸ, ਇਹ ਬਿਆਸ ਹੈ ਔਰ ਇਹ ਰਾਵੀ ਹੈ। ਬਿਆਸ ਔਰ ਰਾਵੀ ਦੇ ਵਿਚਾਲੇ ਦੇ ਇਲਾਕੇ ਨੂੰ ਕੀ ਬੋਲਦੇ ਨੇ ਪਿਆਰੇ ਵਿਦਿਆਰਥੀਓ? ਬਾਰੀ ਦੁਆਬ। ਬੱਬਾ ਬਿਆਸ, ਰਾਰਾ ਰਾਵੀ, ਬਾਰੀ ਦੁਆਬ। ਇਹਦੇ ਵਿੱਚ ਕਿਹੜੇ ਮਹੱਤਵਪੂਰਨ ਸ਼ਹਿਰ ਪੈਂਦੇ ਨੇ? ਲਾਹੌਰ ਤੇ ਅੰਮ੍ਰਿਤਸਰ। ਸ਼ਹਿਰ ਪਿਆਰੇ ਵਿਦਿਆਰਥੀਓ ਬਹੁਤ ਸਾਰੇ ਪੈਂਦੇ ਨੇ, ਪਰ ਅਸੀਂ ਫਿਲਹਾਲ ਅਸੀਂ ਤੁਹਾਨੂੰ ਸਮਝਾਉਣ ਦੇ ਲਈ ਦੋ ਤਿੰਨ ਮਹੱਤਵਪੂਰਨ ਸ਼ਹਿਰ ਹੀ ਦੱਸ ਰਹੇ ਹਾਂ। ਦੋ ਦੁਆਬੇ ਸਾਡੇ ਸਾਹਮਣੇ ਹੋ ਗਏ ਬਿਸਤ ਔਰ ਬਾਰੀ, ਜਿਨ੍ਹਾਂ ਦੇ ਨਾਮ ਯਾਦ ਰੱਖਣੇ ਬਹੁਤ ਹੀ ਸੌਖੇ ਨੇ। ਉਸ ਤੋਂ ਬਾਅਦ ਤੀਸਰਾ ਦੁਆਬਾ ਕਰ ਰਹੇ ਅਸੀਂ ਰਚਨਾ ਦੁਆਬ। ਰਚਨਾ ਦੁਆਬ ਹੈ ਰਾਵੀ, ਇਹ ਰਾਵੀ ਹੈ ਔਰ ਚਨਾਬ ਹੈ। ਰਾਵੀ ਔਰ ਚਨਾਬ ਦੇ ਵਿਚਕਾਰਲੇ ਇਲਾਕੇ ਨੂੰ ਕੀ ਬੋਲਦੇ ਨੇ? ਰਚਨਾ ਦੁਆਬ। ਰਾਰੇ ਤੇ ਰਾਵੀ, ਚੱਚਾ ਨੰਨਾ ਤੇ ਰਚਨਾ, ਰਾਰਾ ਚੱਚਾ ਨੰਨੇ ਕਿੰਨਾ ਰਚਨਾ ਦੁਆਬ। ਇਹ ਰਾਵੀ ਔਰ ਚਨਾਬ ਨਦੀ ਦੇ ਸੁਮੇਲ ਤੋਂ ਬਣਿਆ ਹੈ ਰਚਨਾ ਦੁਆਬ। ਇਸ ਦੇ ਪ੍ਰਮੁੱਖ ਸ਼ਹਿਰ ਕਿਹੜੇ ਨੇ? ਅਸੀਂ ਦੇਖਾਂਗੇ ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ। ਸੋ ਪਿਆਰੇ ਵਿਦਿਆਰਥੀ ਚੌਥਾ ਅਸੀਂ ਦੇਖਣ ਜਾ ਰਹੇ ਹਾਂ ਚਨਾਬ ਤੇ ਜੇਹਲਮ ਦੇ ਵਿਚਕਾਰ ਜੋ ਦੁਆਬਾ ਪੈਂਦਾ ਹੈ ਹੋਏਗਾ ਝੱਜ ਦੁਆਬ। ਚਨਾਬ ਔਰ ਜੇਹਲਮ ਦੇ ਵਿਚਕਾਰ ਪੈਣ ਵਾਲਾ ਜੋ ਦੁਆਬਾ ਹੈ ਝੱਜ ਦੁਆਬ। ਸਾਡੇ ਸਾਹਮਣੇ ਚਾਰ ਦੁਆਬੇ ਇਸ ਸਮੇਂ ਆ ਚੁੱਕੇ ਨੇ ਔਰ ਉਹਨਾਂ ਦੇ ਨਾਮ ਅਸੀਂ ਬਹੁਤ ਬਰੀਕੀ ਨਾਲ ਜਾਣੇ ਨੇ। ਸੋ ਝੱਜ ਦੁਆਬ ਦੇ ਵਿੱਚ ਮਹੱਤਵਪੂਰਨ ਸ਼ਹਿਰ ਕਿਹੜੇ ਪੈਂਦੇ ਨੇ? ਗੁਜਰਾਤ, ਸ਼ਾਹਪੁਰ। ਔਰ ਪੰਜਵਾਂ ਦੁਆਬਾ ਸਾਡੇ ਕੋਲ ਹੈ ਜੋ ਸਿੰਧ ਸਾਗਰ ਦੁਆਬ, ਯਾਨੀ ਕਿ ਸਿੰਧ ਦਰਿਆ ਦੇ ਨੇੜੇ ਦਾ ਜੋ ਸਿੰਧ ਦਰਿਆ ਔਰ ਜੇਹਲਮ ਦੇ ਵਿਚਕਾਰਲੇ ਇਲਾਕੇ ਨੂੰ ਸਿੰਧ ਸਾਗਰ ਦੁਆਬ ਹੈ ਜੋ ਉਹ ਕਹਿੰਦੇ ਨੇ। ਇੱਥੋਂ ਮਹੱਤਵਪੂਰਨ ਸ਼ਹਿਰ ਕਿਹੜੇ ਨੇ? ਰਾਵਲਪਿੰਡੀ, ਜੇਹਲਮ, ਅਟਕ। ਪਿਆਰੇ ਵਿਦਿਆਰਥੀਓ ਪੰਜੇ ਦੁਆਬਿਆਂ ਦੇ ਨਾਮ ਤੁਹਾਡੇ ਸਾਹਮਣੇ ਨੇ। ਬਹੁਤ ਹੀ ਸੌਖੇ ਤਰੀਕੇ ਨਾਲ ਇਹ ਯਾਦ ਰੱਖ ਸਕਦੇ ਹਾਂ ਅਸੀਂ। ਇਹਨੂੰ ਯਾਦ ਰੱਖਿਆ ਜਾ ਸਕਦਾ ਹੈ ਬਿਸਤ ਦੁਆਬ ਬਿਆਸ ਔਰ ਸਤਲੁਜ ਦੇ ਵਿਚਾਲੇ, ਬਾਰੀ ਦੁਆਬ ਬਿਆਸ ਔਰ ਰਾਵੀ ਦੇ ਵਿਚਾਲੇ, ਰਚਨਾ ਦੁਆਬ ਰਾਵੀ ਔਰ ਚਨਾਬ ਦੇ ਵਿਚਾਲੇ, ਚੱਜ ਦੁਆਬ ਚਨਾਬ ਔਰ ਜੇਹਲਮ ਦੇ ਵਿਚਾਲੇ, ਸਿੰਧ ਸਾਗਰ ਦੁਆਬ ਜੇਹਲਮ ਔਰ ਸਿੰਧ ਦੇ ਵਿਚਕਾਰ ਦੇ ਇਲਾਕੇ ਨੂੰ ਇਹ ਬੋਲਦੇ ਨੇ। ਇਹਨਾਂ ਦੇ ਮਹੱਤਵਪੂਰਨ ਸ਼ਹਿਰ ਸਾਡੇ ਸਾਹਮਣੇ ਨੇ। ਪਿਆਰੇ ਵਿਦਿਆਰਥੀਓ ਅਸੀਂ ਜੋ ਪਹਿਲਾ ਭਾਗ ਹੈ ਪੰਜ ਦੁਆਬੇ,
5 ਦੁਆਬੇ ਨੂੰ ਅਸੀਂ ਵਿਸਥਾਰ ਨਾਲ ਕਰ ਚੁੱਕੇ ਹਾਂ। ਹੁਣ ਅਸੀਂ ਇਸ ਤੋਂ ਬਾਅਦ ਦੇਖਦੇ ਹਾਂ ਅਗਲਾ ਪ੍ਰਦੇਸ਼ ਸਾਡੇ ਸਾਹਮਣੇ ਹੈਗਾ ਮਾਲਵਾ ਪ੍ਰਦੇਸ਼। ਮਾਲਵਾ ਪ੍ਰਦੇਸ਼ ਕਿਹਨੂੰ ਬੋਲਦੇ ਨੇ? ਸਤਲੁਜ ਦਰਿਆ, ਸਤਲੁਜ ਅਤੇ ਘੱਗਰ ਦੇ ਵਿਚਕਾਰਲੇ ਇਲਾਕੇ ਨੂੰ ਬੋਲਦੇ ਨੇ ਪਿਆਰੇ ਵਿਦਿਆਰਥੀਓ ਮਾਲਵਾ। ਮਾਲਵਾ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜੋ ਉਹਨਾਂ ਦੀ ਭਾਸ਼ਾ ਹੈ ਉਹ ਮਲਵਈ ਹੈ। ਇਹ ਮਾਲਵਾ ਪ੍ਰਦੇਸ਼ ਹੈ। ਮਾਲਵੇ ਦਾ ਬਹੁਤ ਵੱਡਾ ਇਹ ਖੇਤਰ ਹੈ ਮਾਲਵਾ ਪ੍ਰਦੇਸ਼। ਇੱਥੋਂ ਦੇ ਪ੍ਰਮੁੱਖ ਸ਼ਹਿਰ ਸਾਡੇ ਸਾਹਮਣੇ ਲੁਧਿਆਣਾ, ਪਟਿਆਲਾ, ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਬਰਨਾਲਾ, ਬਹੁਤ ਸਾਰੇ, ਫਤਿਹਗੜ੍ਹ ਸਾਹਿਬ, ਤੇ ਇਹ ਸਾਰੇ ਜੋ ਇੱਥੋਂ ਸਾਡੇ ਸਾਹਮਣੇ ਇਹ ਏਰੀਆ ਹੈ ਜੋ ਮਾਲਵਾ ਦਾ ਹੈ, ਇਹਦੇ ਪ੍ਰਮੁੱਖ ਸ਼ਹਿਰ ਨੇ। ਉਸ ਤੋਂ ਬਾਅਦ ਅਸੀਂ ਦੇਖਾਂਗੇ ਸਾਡਾ ਅਗਲਾ ਬਾਂਗਰ ਜਾਂ ਹਰਿਆਣਾ ਪ੍ਰਦੇਸ਼। ਘੱਗਰ ਹੈ ਇਹ। ਘੱਗਰ ਅਤੇ ਜਮਨਾ ਦੇ ਜੋ ਵਿਚਾਲੇ ਦਾ ਏਰੀਆ ਹੈ ਉਹ ਬਾਂਗਰ ਹੈ, ਹਰਿਆਣਾ ਹੈ। ਜਮਨਾ ਇੱਥੇ ਵਹਿ ਰਹੀ ਹੈ ਔਰ ਇਹ ਘੱਗਰ ਹੈ। ਇੱਥੇ ਦਾ ਪ੍ਰਦੇਸ਼ ਹੈ ਜਿਹੜਾ ਇਹਨੂੰ ਬੋਲਦੇ ਨੇ ਬਾਂਗਰ ਜਾਂ ਹਰਿਆਣਾ। ਆਧੁਨਿਕ ਅੱਜ ਕੱਲ੍ਹ ਇਹ ਹਰਿਆਣਾ ਸਟੇਟ ਹੈ ਭਾਰਤ ਦਾ। ਇਹਦੇ ਪ੍ਰਮੁੱਖ ਸ਼ਹਿਰ ਕਿਹੜੇ ਨੇ? ਅੰਬਾਲਾ ਹੈ, ਕੁਰੂਕਸ਼ੇਤਰ ਹੈ, ਪਾਣੀਪਤ ਹੈ, ਜੀਂਦ ਹੈ, ਰੋਹਤਕ ਹੈ, ਗੁਰੂਗ੍ਰਾਮ ਹੈ। ਗੁਰੂਗ੍ਰਾਮ ਯਾਨੀ ਕਿ ਗੁੜਗਾਵਾਂ ਜੋ ਪੁਰਾਣਾ ਨਾਮ ਸੀ। ਸੋ ਸਾਡੇ ਸਾਹਮਣੇ ਪਿਆਰੇ ਵਿਦਿਆਰਥੀਓ ਇੱਕ ਇਹ 5 ਦੁਆਬੇ, ਮਾਲਵਾ ਪ੍ਰਦੇਸ਼, ਬਾਂਗਰ ਪ੍ਰਦੇਸ਼, ਹਰਿਆਣਾ ਜੋ ਹੈ ਸਾਡੇ ਸਾਹਮਣੇ ਇਸ ਸਮੇਂ ਸਕਰੀਨ ਉੱਤੇ ਹੈਗੇ ਨੇ। ਅਸੀਂ ਇਸ ਦਾ ਸਕਰੀਨਸ਼ਾਟ ਵੀ ਲੈ ਲਾਂਗੇ ਔਰ ਸਮਝਣ ਦੇ ਲਈ ਸਾਨੂੰ ਬਹੁਤ ਇਹਨਾਂ ਦੇ ਮਹੱਤਵਪੂਰਨ ਸ਼ਹਿਰ ਸਾਡੇ ਸਾਹਮਣੇ ਨੇ। ਪਿਆਰੇ ਵਿਦਿਆਰਥੀਓ ਫਿਰ ਤੁਹਾਨੂੰ ਦੱਸਦਾ ਮੈਂ ਅਕਬਰ ਦੇ ਸਮੇਂ ਦੇ ਵਿੱਚ ਪੰਜਾਬ ਦੇ ਪ੍ਰਸ਼ਾਸਨ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਇਹਦੀ ਵੰਡ ਕੀਤੀ ਗਈ ਸੀ। ਤੇ ਇਹ ਜੋ 5 ਦੁਆਬੇ ਨੇ ਸਾਡੇ ਸਾਹਮਣੇ ਆ ਗਏ ਦੁਬਾਰਾ ਸਕਰੀਨ ਤੇ। ਵਿਸਤ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ, ਸਿੰਧ ਸਾਗਰ ਦੁਆਬ ਔਰ ਇਹ ਮਾਲਵਾ ਪ੍ਰਦੇਸ਼ ਤੇ ਬਾਂਗਰ ਪ੍ਰਦੇਸ਼ ਜੋ ਹਰਿਆਣਾ ਹੈ। ਇਹ ਵੀ ਅਸੀਂ 3 ਭਾਗ ਪਿਆਰੇ ਵਿਦਿਆਰਥੀਓ ਕਰ ਚੁੱਕੇ ਹਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ। ਅਸੀਂ ਹੁਣ ਤੱਕ ਅਸੀਂ ਕੀਤਾ ਹੈ ਜੋ ਉਹ ਦੇਖਾਂਗੇ। ਅਸੀਂ ਸਭ ਤੋਂ ਪਹਿਲਾਂ ਅਸੀਂ ਭੂਗੋਲਿਕ ਵਿਸ਼ੇਸ਼ਤਾਵਾਂ ਵਿੱਚ ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ ਜਿਨ੍ਹਾਂ ਬਾਰੇ ਅਸੀਂ ਇਹਨਾਂ ਵਿੱਚ ਹਿਮਾਲਿਆ ਪਰਬਤ ਦਰਿਆਂ ਦੀ ਗੱਲ ਅਸੀਂ ਕਰ ਚੁੱਕੇ ਹਾਂ ਪਿਆਰੇ ਵਿਦਿਆਰਥੀਓ। ਦੂਸਰਾ ਭਾਗ ਹੈ ਉਪ ਪਰਬਤੀ ਖੰਡ ਜਿਹਦੇ ਵਿੱਚ ਅਸੀਂ ਕਰ ਚੁੱਕੇ ਹਾਂ ਕਿ ਪਹਾੜਾਂ ਤੋਂ ਸਿੱਧਾ ਮੈਦਾਨੀ ਭਾਗ ਨਹੀਂ ਆਉਂਦੇ ਹੈਗੇ, ਉਹਦੇ ਵਿੱਚ ਉਪ ਪਹਾੜੀ ਖੇਤਰ ਆਉਂਦਾ ਹੈ। ਉਹ ਕਿਹੜੇ ਕਿਹੜੇ ਪ੍ਰਦੇਸ਼ ਪੈਂਦੇ ਨੇ ਅਸੀਂ ਗੱਲ ਕਰ ਚੁੱਕੇ ਹਾਂ ਉਹਨਾਂ ਦੀ ਵੀ। ਤੀਸਰਾ ਹੈਗਾ ਸਾਡੇ ਸਾਹਮਣੇ ਮੈਦਾਨੀ ਭਾਗ ਜਿਹਦੇ ਵਿੱਚ 5 ਦੁਆਬੇ, ਮਾਲਵਾ ਪ੍ਰਦੇਸ਼ ਤੇ ਬਾਂਗਰ ਪ੍ਰਦੇਸ਼ ਆਉਂਦੇ ਨੇ। ਸੋ ਅਸੀਂ ਇਹ 3 ਜੋ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਉਹ ਕਰ ਚੁੱਕੇ ਹਾਂ। ਤੁਹਾਨੂੰ ਬਹੁਤ ਹੀ ਵਿਸਥਾਰ ਦੇ ਨਾਲ ਇਹ ਮੈਂ ਕਰਾ ਚੁੱਕਾ ਪਿਆਰੇ ਵਿਦਿਆਰਥੀਓ। ਅਸੀਂ ਅੱਗੇ ਇਹੀ ਦੁਹਰਾਈ ਕਰਾਂਗੇ। ਬਹੁਤ ਹੀ ਧਿਆਨ ਨਾਲ ਕੁਐਸਚਨ ਸੁਣਨਾ ਹੈ, ਉਸ ਨੂੰ ਜਵਾਬ ਦੇਣਾ ਹੈ। ਸਭ ਤੋਂ ਪਹਿਲਾਂ ਸ਼ਹਿਰ ਪਿਸ਼ਾਵਰ ਅਤੇ ਕਾਬਲ ਨੂੰ ਜੋੜਨ ਵਾਲਾ ਡੈਸ਼ ਦਰਾ ਹੈ। ਪਿਆਰੇ ਵਿਦਿਆਰਥੀਓ ਕਿਹੜਾ ਦਰਾ ਹੈ ਜੋ ਬਹੁਤ ਮਸ਼ਹੂਰ ਹੈ, ਜਿਸ ਦੇ ਰਾਹੀਂ ਜ਼ਿਆਦਾਤਰ ਹਮਲਾਵਰ ਆਏ ਨੇ? ਉਹ ਕਿਹੜਾ ਦਰਾ ਹੈ ਜੋ ਕਾਬਲ ਤੇ ਪਿਸ਼ਾਵਰ ਨੂੰ ਜੋੜਦਾ ਹੈ? ਹਾਂਜੀ ਗੈਸ ਪਲੀਜ਼, ਸ਼ਾਬਾਸ਼। ਹਾਂਜੀ ਖੈਬਰ, ਬਿਲਕੁਲ ਸਹੀ ਜਵਾਬ, ਖੈਬਰ। ਹਿਮਾਲਿਆ ਪਰਬਤ ਨੂੰ ਡੈਸ਼ ਦਾ ਘਰ ਕਿਹਾ ਜਾਂਦਾ ਹੈ? ਹਾਂਜੀ ਕਿਸ ਦਾ ਘਰ ਕਿਹਾ ਜਾਂਦਾ ਹੈ ਹਿਮਾਲਿਆ ਪਰਬਤ ਨੂੰ? ਬਰਫ਼ ਦਾ ਘਰ, ਬਿਲਕੁਲ ਸਹੀ ਜਵਾਬ। ਪਿਆਰੇ ਵਿਦਿਆਰਥੀਓ ਅੱਗੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਡੈਸ਼ ਹੈ? ਅਸੀਂ ਕਰ ਚੁੱਕੇ ਹਾਂ ਮਾਊਂਟ ਐਵਰੈਸਟ। ਹੁਸ਼ਿਆਰਪੁਰ ਜ਼ਿਲ੍ਹਾ ਡੈਸ਼ ਖੇਤਰ ਵਿੱਚ ਆਉਂਦਾ ਹੈ? ਜੋ 3 ਅਸੀਂ ਖੇਤਰ ਕੀਤੇ ਸੀ ਉਹ ਤਿੰਨਾਂ ਵਿੱਚੋਂ ਕਿਹੜੇ ਖੇਤਰ ਵਿੱਚ ਆਉਂਦਾ ਹੈ ਹੁਸ਼ਿਆਰਪੁਰ? ਉਪ ਪਰਬਤੀ ਖੰਡ ਯਾਨੀ ਕਿ ਉਪ ਪਹਾੜੀ ਖੇਤਰ ਵਿੱਚ ਆਉਂਦਾ ਹੈ। ਸਤਲੁਜ ਅਤੇ ਘੱਗਰ ਦੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ? ਸਤਲੁਜ ਤੇ ਘੱਗਰ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ? ਗੈਸ ਪਲੀਜ਼, ਸਤਲੁਜ ਔਰ ਘੱਗਰ ਦੇ। ਹਾਂਜੀ ਮਾਲਵਾ। ਬਿਆਸ ਅਤੇ ਰਾਵੀ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਕਿਹਾ ਜਾਂਦਾ ਹੈ? ਸਹੀ ਜਾਂ ਗਲਤ? ਬਿਆਸ ਅਤੇ ਰਾਵੀ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ, ਦੇਖੋ ਪਿਆਰੇ ਵਿਦਿਆਰਥੀਓ ਬੱਬਾ ਔਰ ਰਾਰਾ ਕੀ ਚੱਜ ਦੁਆਬ ਕਿਹਾ ਜਾਂਦਾ ਹੈ? ਗੈਸ ਪਲੀਜ਼। ਹਾਂਜੀ ਨਦੀਆਂ ਦੇ ਨਾਮ ਤੋਂ ਗੈਸ ਕਰੋ ਕੀ ਹੈ ਵੀ? ਗਲਤ ਜਵਾਬ। ਰਾਵੀ ਤੇ ਚਨਾਬ ਵਿਚਕਾਰਲੇ ਖੇਤਰ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ? ਹਾਂਜੀ ਗੈਸ ਕਰੋ। ਰਾਵੀ, ਰਾਰਾ ਔਰ ਚੱਚਾ ਚਨਾਬ। ਹਾਂਜੀ ਕਿਹੜਾ? ਰਚਨਾ, ਬਿਲਕੁਲ ਸਹੀ ਜਵਾਬ। ਘੱਗਰ ਅਤੇ ਜਮਨਾ ਵਿਚਕਾਰਲੇ ਖੇਤਰ ਨੂੰ ਬਾਂਗਰ ਜਾਂ ਹਰਿਆਣਾ ਕਿਹਾ ਜਾਂਦਾ ਹੈ? ਹਾਂਜੀ ਗੈਸ ਪਲੀਜ਼, ਸਹੀ ਜਵਾਬ ਬਿਲਕੁਲ। ਯੂਨਾਨੀਆਂ ਨੇ ਪੰਜਾਬ ਨੂੰ ਡੈਸ਼ ਕਿਹਾ? ਯੂਨਾਨੀ ਯਾਨੀ ਕਿ ਸਿਕੰਦਰ, ਮਕਦੂਨੀਆ,
ਯੂਨਾਨ ਗ੍ਰੀਕਸ ਲੋਕਾਂ ਨੇ ਪੰਜਾਬ ਨੂੰ ਕੀ ਕਿਹਾ ਸੀ? ਹਾਂਜੀ, ਪੈਂਟਾਪੋਟੇਮੀਆ। ਪਿਆਰੇ ਵਿਦਿਆਰਥੀਓ, ਮੱਧ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ? ਲਾਹੌਰ ਸੂਬਾ। ਮਹਾਰਾਜਾ ਰਣਜੀਤ ਸਿੰਘ ਰਾਜ ਦੇ ਸਮੇਂ ਪੰਜਾਬ ਨੂੰ ਡੈਸ਼ ਕਿਹਾ ਜਾਂਦਾ ਸੀ? ਹਾਂਜੀ, ਲਾਹੌਰ ਰਾਜ। ਸਾਡੇ ਸਾਹਮਣੇ ਇਹ ਫਿਲ ਦਾ ਬਲੈਂਕਸ ਔਰ ਸਹੀ ਗਲਤ ਅਸੀਂ ਕੀਤੇ ਨੇ। ਸੋ 3 ਨੰਬਰ ਵਾਲੇ ਪ੍ਰਸ਼ਨ, ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਦੱਸੋ, 5 ਦਰਿਆ ਬਾਰੇ ਦੱਸੋ, ਕਿਸੇ 3 ਦੁਆਬਿਆਂ ਬਾਰੇ ਲਿਖੋ, ਮਾਲਵਾ ਅਤੇ ਬਾਂਗਰ ਪ੍ਰਦੇਸ਼ਾਂ ਬਾਰੇ ਦੱਸੋ, ਉਪ ਪਰਬਤੀ ਖੰਡ ਦੇ ਉੱਤੇ ਨੋਟ ਲਿਖੋ। ਪਿਆਰੇ ਵਿਦਿਆਰਥੀਓ, ਸਾਡਾ ਅਗਰ ਤੁਹਾਨੂੰ ਇਹ ਟੌਪਿਕ ਅੱਛਾ ਲੱਗਿਆ ਹੈ, ਵੀਡੀਓ ਚੰਗੀ ਲੱਗੀ ਹੈ, ਤਾਂ ਮੇਰੇ ਚੈਨਲ ਹਿਸਟਰੀ ਫਰੈਂਡ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ, ਥੈਂਕ ਯੂ।